ਸਾਂਝ ਪਾਵਾਂਗੇ। ਸਾਧ ਸੰਗਤ ਜੀ, ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਲੋਹ ਪੁਰਸ਼ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਭਾਰੀ ਬਖਸ਼ਿਸ਼ ਦੇ ਨਾਲ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ 8 ਸਾਲ ਖਾਲਸਾਈ ਰਾਜ ਕਾਇਮ ਕਰ ਦਿੱਤਾ ਸੀ ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਨਾਮ ਦਾ ਸਿੱਕਾ ਜਾਰੀ ਕੀਤਾ ਸੀ। ਜਿਹੜੇ ਡਾਲਰ ਨਹੀਂ ਤੁਸੀਂ ਇੱਥੇ ਦੇਸ਼ ਵਿੱਚ ਵੇਖਦੇ, ਇਸ ਦੇਸ਼ ਦੇ ਕੁਝ ਅਹਿਮ ਲੀਡਰਾਂ ਦੀਆਂ ਉੱਤੇ ਫੋਟੋਆਂ ਵੀ ਹੁੰਦੀਆਂ। ਜਿਸ ਦੇਸ਼ ਦੇ ਤੁਸੀਂ ਮੂਲ ਵਾਸੀ ਹੋ, ਉੱਥੇ ਗਾਂਧੀ ਦੀਆਂ ਜਾਂ ਹੋਰ ਫੋਟੋਆਂ ਉੱਤੇ ਲੱਗੀਆਂ ਹੁੰਦੀਆਂ। ਪਰ ਅਫਸੋਸ ਸ਼ਾਇਦ ਇਹਨਾਂ ਦਾ ਧਰਮ ਦਾ ਨਾਮੋ ਨਿਸ਼ਾਨ ਨਾ ਰਹਿੰਦਾ ਜੇ ਗੁਰੂ ਤੇਗ ਬਹਾਦਰ ਸਾਹਿਬ ਸ਼ਹਾਦਤ ਨਾ ਦਿੰਦੇ। ਅਫਸੋਸ ਕਿ ਉਹਨਾਂ ਸਤਿਗੁਰਾਂ ਨੂੰ ਇਹ ਯਾਦ ਨਹੀਂ ਕਰਦੇ। ਕੇਵਲ ਇਹ ਹੋਣ ਕਰਕੇ ਕਿ ਇਹ ਜੇ ਕਰਕੇ ਸਾਡੇ ਹੱਕ ਮਾਰਨੇ ਆ, ਫਿਰ ਕਹਿਣਾ ਜੀ ਇਹ ਤਾਂ ਸਾਡਾ ਹਿੱਸਾ ਨੇ। ਜੇ ਕਰਕੇ ਕੋਈ ਹੱਕ ਦੇਣ ਦੀ ਗੱਲ ਆਉਂਦੀ ਹੈ, ਫਿਰ ਕਹਿਣਾ ਜੀ ਇਹ ਤਾਂ ਵੱਖਰੇ ਹੈ, ਵੱਖਵਾਦੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਜੋ ਬਖਸ਼ਿਸ਼ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਪ੍ਰਾਪਤ ਕੀਤੀ, ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੀ ਇੱਛਾ ਮੁਤਾਬਕ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਇਸ ਧਰਤੀ ਤੇ ਆ ਕੇ, ਪੰਜਾਬ ਦੇਸ਼ ਦੀ ਧਰਤੀ ਤੇ ਆ ਕੇ ਖਾਲਸਾਈ ਰਾਜ ਦੇ ਨਿਸ਼ਾਨ ਕਾਇਮ ਕੀਤੇ। ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਜੀਵਨ ਇਤਿਹਾਸ ਕੇਵਲ ਸੰਖੇਪ ਰੂਪ 'ਚ ਆਪਾਂ ਸਰਵਣ ਕਰਾਂਗੇ। ਪੁੰਛ ਦਾ ਇਲਾਕਾ ਹੈ, ਰਾਜੌਰੀ ਨਗਰ ਹੈ, ਜਿੱਥੇ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਜਨਮ ਹੋਇਆ। ਮਾਤਾ ਪਿਤਾ ਨੇ ਨਾਮ ਲਛਮਣ ਦੇਵ ਰੱਖਿਆ ਸੀ। ਪ੍ਰਚਲਿਤ ਸਾਖੀ ਹੈ ਉਹਨਾਂ ਦੇ ਬਚਪਨ ਦੀ, ਕਿਉਂਕਿ ਰਾਜਕੁਮਾਰ ਨੇ ਸ਼ਸਤਰ ਵਿਦਿਆ ਦੇ ਧਨੀ ਸਨ। ਬਚਪਨ ਦੀ ਅਵਸਥਾ ਵਿੱਚ ਸ਼ਿਕਾਰ ਖੇਡਦਿਆਂ ਇੱਕ ਹਿਰਨੀ ਦੇ ਤੀਰ ਮਾਰਿਆ। ਜਦੋਂ ਕੋਲ ਜਾ ਕੇ ਵੇਖਿਆ ਉਹ ਗਰਭਵਤੀ ਸੀ। ਉਸ ਦੇ ਪੇਟ ਵਿੱਚੋਂ 2 ਬੱਚੇ ਨਿਕਲ ਕੇ ਅੱਖਾਂ ਦੇ ਸਾਹਮਣੇ ਤੜਪ ਤੜਪ ਕੇ ਮਰ ਗਏ। ਮਨ ਦੇ ਅੰਦਰ ਬੈਰਾਗ ਹੋ ਆਇਆ। ਉਦਾਸੀਆਂ ਦੀ, ਬੈਰਾਗੀਆਂ ਦੀ ਸੰਗਤ ਮਿਲੀ। ਬਹੁਤ ਸਾਰੇ ਤਰਾਟਕ ਸਾਧਨੇ ਸਿੱਖ ਲਏ। ਜਿੱਥੇ ਬੈਰਾਗੀਆਂ ਦੀ ਸੰਗਤ ਦੇ ਅੰਦਰ ਬਹੁਤ ਸਾਰਾ ਤਰਾਟਕ ਸ਼ਕਤੀਆਂ ਦੇ ਸਾਧਨ ਦਾ ਸਮਾਂ ਮਿਲਿਆ। ਬਹੁਤ ਸਾਧਨਾ ਵੀ ਕੀਤੀ। ਦਸਮ ਦੁਆਰ ਦੇ ਵਿੱਚ ਸਵਾਸ ਚੜਾ ਕੇ ਬਿਰਤੀ ਟਿਕਾਉਣ ਲੱਗ ਪਏ। ਮਾਧੋ ਦਾਸ ਬੈਰਾਗੀ ਨਾਮ ਮਿਲਿਆ। ਬੜਿਆਂ ਪ੍ਰਸਿੱਧ ਨਗਰਾਂ ਦੇ ਅੰਦਰ ਬੈਰਾਗੀਆਂ ਦੀਆਂ ਮੰਡਲੀਆਂ ਵਿੱਚ ਵਿਚਰਦੇ ਰਹੇ। ਮਲੇਰਕੋਟਲਾ ਇੱਥੋਂ ਦੇ ਕੁਝ ਰਹੀਸ ਜਿਹੜੇ ਸੀਗੇ ਉਹ ਬੈਰਾਗੀਆਂ ਨੂੰ ਆਪਣੇ ਹਰੇਕ ਸਾਲ ਨਗਰ ਵਿੱਚ ਜਿਹੜਾ ਸੀ ਉਹ ਪੜਾਅ ਕਰਵਾਇਆ ਕਰਦੇ। ਇੱਥੇ ਆਪਣੇ ਜਿਹੜੇ ਸਿਖਾਉਂਦੇ ਸੀ ਗੁਰੂ ਔਗਣਨਾਥ ਵਰਗੇ, ਉਹਨਾਂ ਨੂੰ ਉਹਨਾਂ ਦੀ ਸੰਗਤ ਕਰਦਿਆਂ ਮਾਧੋ ਦਾਸ ਨੇ ਮਲੇਰਕੋਟਲੇ ਵਿੱਚ ਵੀ ਬਹੁਤ ਸਮਾਂ ਬਤੀਤ ਕੀਤਾ ਸੀ। ਚਲਦਿਆਂ ਚਲਦਿਆਂ ਫਿਰ ਗੋਦਾਵਰੀ ਨਦੀ ਦੇ ਕੰਢੇ ਤੇ ਪੁੱਜੇ। ਇੱਥੇ ਆਪਣਾ ਆਸ਼ਰਮ ਬਣਾਇਆ, ਜਿੱਥੇ ਅੱਜ ਗੁਰਦੁਆਰਾ ਬੰਦਾ ਘਾਟ ਸਾਹਿਬ ਹੈ। ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਸ ਧਰਤੀ ਤੇ ਹਜ਼ੂਰ ਨੇ ਚਰਨ ਪਾਏ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇੱਧਰ ਨੂੰ ਆਉਣਾ ਕੇਵਲ ਇਹ ਨਹੀਂ ਕਿ ਮਹਾਰਾਜ ਜੰਗਲ ਦੀ ਸੈਰ ਕਰਦੇ ਕਰਦੇ ਇੱਧਰ ਨੂੰ ਆ ਗਏ। ਇੱਕ ਪੁਸ਼ਕਰ ਨਾਮੇ ਸ਼ਹਿਰ ਹੈ, ਇੱਥੋਂ ਦਾ ਇੱਕ ਉਦਾਸੀ ਮਹਾਤਮਾ ਸੀ। ਉਸ ਨੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਾ ਦਰਸ਼ਨ ਕੀਤਾ ਜਦੋਂ ਮਹਾਰਾਜ ਪੂਰਬ ਦੀ ਦਿਸ਼ਾ ਵੱਲ ਆਏ ਸੀ ਤੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ। ਜਦੋਂ ਮਹਾਰਾਜ ਅਸਾਮ ਦੇਸ਼ ਵਿੱਚ ਵਿਚਰ ਰਹੇ ਸੀ ਨਾ, ਘਰ ਸਾਹਿਬਜ਼ਾਦੇ ਦੇ ਅਵਤਾਰ ਹੋਣ ਦੀ ਖਬਰ ਮਿਲੀ ਸੀ। ਜਦੋਂ ਪੰਥ ਵਾਲੀ ਸਤਿਗੁਰਾਂ ਜੀ ਨੇ ਪੜਨਾ
ਸਾਹਿਬ ਦੀ ਧਰਤੀ ਤੇ ਅਵਤਾਰ ਧਾਰਿਆ। ਉਸ ਸਮੇਂ ਬੈਰਾਗੀ ਮਹਾਤਮਾ ਨੇ ਕਿਹਾ, ਮਹਾਰਾਜ ਮੇਰੇ ਮਨ ਦੀ ਖਾਸ਼ ਹੈ ਕਿ ਮੈਂ ਆਪਦੇ ਸਾਹਿਬਜ਼ਾਦੇ ਦੇ ਦਰਸ਼ਨ ਕਰਨੇ। ਸਤਿਗੁਰੂ ਜੀ ਨੇ ਕਿਹਾ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਖਿਆ, ਬੈਰਾਗੀ ਤੇਰੀ ਉਮਰ ਬਹੁਤ ਲੰਬੀ ਹੈ। ਜਦੋਂ ਆਪਣੇ ਜੀਵਨ ਦੇ ਅੰਦਰ ਸਾਰੇ ਕੌਤਕਾਂ ਨੂੰ ਕਰਦੇ ਹੋਏ ਇਹ ਦੱਖਣ ਦੀ ਦਿਸ਼ਾ ਨੰਦੇੜ ਨੂੰ ਜਾਣਗੇ ਨਾ, ਰਸਤੇ ਵਿੱਚ ਤੈਨੂੰ ਦਰਸ਼ਨ ਦੇਣਗੇ। ਉਦੋਂ ਸਤਿਗੁਰਾਂ ਜੀ ਦਾ ਉਦੋਂ ਅਵਤਾਰ ਹੋਇਆ ਅਜੇ, ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਆ, ਸਾਰੇ ਕਾਰਜਾਂ ਨੂੰ ਪੂਰੀਆਂ ਕਰਦਿਆਂ ਹੋਇਆਂ ਇਹ ਜਦੋਂ ਆਪਣੇ ਇਸ ਸਰਗੁਣ ਸਰੂਪ ਨੂੰ ਅਲੋਪ ਕਰਨਗੇ ਤੇ ਦੱਖਣ ਦੀ ਦਿਸ਼ਾ ਨੂੰ ਆਉਂਦੇ ਹੋਏ ਰਸਤੇ ਵਿੱਚ ਤੈਨੂੰ ਦਰਸ਼ਨ ਦੇਣਗੇ। ਉਦੋਂ ਉਸ ਉਦਾਸੀ ਮਹਾਤਮਾ ਦੀ 100 ਸਾਲ ਤੋਂ ਉੱਤੇ ਆਜੂ ਹੋ ਗਈ ਸੀ। ਉਸਨੇ ਆਪਣੇ ਹੱਥੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਿਆ ਸੀ। 10ਵੇਂ ਪਾਤਸ਼ਾਹ ਦਾ ਉੱਥੇ ਆਉਣਾ, ਬੈਰਾਗੀ ਨੇ ਦਰਸ਼ਨ ਕਰਨੇ, ਸਤਿਗੁਰਾਂ ਦੇ ਦਸਖਤ ਹੋਏ ਉਸ ਸਰੂਪ ਦੇ ਉੱਤੇ। 8 ਨੁੱਕਰਾਂ ਵਾਲਾ ਉਹ ਸਰੂਪ ਅੱਜ ਵੀ ਉਸ ਅਸਥਾਨ ਤੇ ਸੁਭਾਇਮਾਨ ਹੈ। ਸੰਗਤਾਂ ਦਰਸ਼ਨ ਕਰਦੀਆਂ ਨੇ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜਦੋਂ ਨੰਦੇੜ ਸਾਹਿਬ ਦੀ ਧਰਤੀ ਤੇ ਆਏ ਹੈ, ਜਦੋਂ ਮਾਧੋ ਦਾਸ ਬੈਰਾਗੀ ਨਾਲ ਭੇਟ ਹੋਈ ਹੈ, ਸੱਚੇ ਪਾਤਸ਼ਾਹ ਜੀ ਮਹਾਰਾਜ ਸ਼ਿਕਾਰ ਚੜੇ ਹੈ ਗੋਦਾਵਰੀ ਨਦੀ ਦੇ ਕੰਢੇ ਤੇ ਇਸ ਦਾ ਬਣਿਆ ਹੋਇਆ 12 ਦਰੀ ਆਸ਼ਰਮ। ਸੱਚੇ ਪਾਤਸ਼ਾਹ ਅੰਦਰ ਪ੍ਰਵੇਸ਼ ਹੋਏ, ਉਸ ਪਲੰਘੇ ਤੇ ਸੱਜ ਗਏ ਸੱਚੇ ਪਾਤਸ਼ਾਹ, ਜਿਹੜਾ ਅੰਦਰ 12 ਦਰੀ ਵਿੱਚ ਡੱਠਿਆ ਹੋਇਆ। ਮਾਧੋ ਦਾਸ ਬੈਰਾਗੀ ਦਾ ਜਿਹੜਾ ਗੁਰੂ ਸੀ, ਉਸ ਪਲੰਘੇ ਤੇ ਨਹੀਂ ਸੀ ਬੈਠਦਾ। ਸੰਕੇਤ ਦਿੱਤੇ ਸੀ ਮਾਧੋ ਦਾਸ ਨੂੰ ਕਿ ਇਹ ਮਾਧੋ ਦਾਸ, ਇਸ ਪਲੰਘੇ ਦੇ ਉੱਤੇ ਕਦੇ ਕੋਈ ਅਕਾਲੀ ਜੋਤ ਆ ਕੇ ਬੈਠੇਗੀ। ਕਹਿੰਦੇ ਆ ਜਦੋਂ ਕੋਈ ਵੀ ਉੱਥੇ ਆ ਕਰਕੇ ਮਾਧੋ ਦਾਸ ਦੇ ਆਸ਼ਰਮ ਵਿੱਚ ਮਿਲਦਾ, ਜੇ ਕੋਈ ਉਸ ਪਲੰਘੇ ਤੇ ਬੈਠਦਾ ਤੇ ਮਾਧੋ ਦਾਸ ਉਹਦੀ ਸ਼ਕਤੀ ਨੂੰ ਪਰਖਣ ਲਈ ਪਲੰਘਾ ਪਲਟ ਦਿੰਦਾ ਹੁੰਦਾ ਸੀ। ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਜੈਤ ਰਾਮ ਮਹੰਤ ਕੋਲ ਰੁਕੇ ਸੀ ਨਾ, ਜਿੱਥੇ ਮਹਾਰਾਜ ਨੇ ਬਾਜਾਂ ਨੂੰ ਮੋਠ ਖਵਾ ਦਿੱਤੇ ਸੀ, ਜੈਤ ਰਾਮ ਮਹੰਤ ਨੇ ਪੁੱਛਿਆ ਸੀ, ਮਹਾਰਾਜ ਆਪ ਹੁਣ ਕਿੱਧਰ ਨੂੰ ਜਾ ਰਹੇ ਹੋ? ਸਤਿਗੁਰੂ ਜੀ ਕਹਿੰਦੇ, ਅਸੀਂ ਨੰਦੇੜ ਜਾਣਾ। ਉਸ ਆਖਿਆ, ਮਹਾਰਾਜ ਨੰਦੇੜ ਤਾਂ ਭਾਵੇਂ ਜਾਇਓ, ਪਰ ਉੱਥੇ ਮਾਧੋ ਦਾਸ ਰਹਿੰਦਾ ਇੱਕ, ਉਹਦੇ ਨਾਲ ਆਸ਼ਰਮ 'ਚ ਜਾਇਓ। ਮਹਾਰਾਜ ਕਹਿੰਦੇ, ਕੀ ਕਾਰਨ? ਕਹਿਣ ਲੱਗਾ ਕਿ ਮਹਾਰਾਜ ਉਹਦੇ ਕੋਲ ਨਾ ਸ਼ਕਤੀਆਂ ਨੇ ਬੜੀਆਂ, ਵੀਰ ਵਸ ਕੀਤੇ ਹੋਏ ਆ, ਤਰਾਟਕ ਸ਼ਕਤੀਆਂ ਨੂੰ ਸਾਧਦਾ ਹੈ। ਮਹਾਰਾਜ ਉਹ ਆਏ ਗਏ ਦਾ ਨਰਾਦਰ ਕਰ ਦਿੰਦਾ ਹੈ। ਉਹਦੀਆਂ ਸ਼ਕਤੀਆਂ ਦਾ ਜ਼ਿਕਰ ਗਿਆਨੀ ਗਿਆਨ ਸਿੰਘ ਜੀ ਨੇ ਪੰਥ ਪ੍ਰਕਾਸ਼ ਵਿੱਚ ਕੀਤਾ। ਸਤਿਗੁਰੂ ਗਰੀਬ ਨਵਾਜ ਨੇ ਤਾਂ ਜਾਣਾ, ਵੇਖੋ ਜੇ ਕਿੱਡਾ ਵੱਡਾ ਕਾਰਨ ਹੈ ਆਪਣਾ ਸਤਿਯੁਗੀ ਤਪ ਸਥਾਨ ਮਹਾਰਾਜ ਨੇ ਪੰਥ ਦੇ ਸਪੁਰਦ ਕਰਨਾ। ਫਿਰ ਮਹਾਰਾਜ ਨੇ ਤਾਂ ਆਗਰੇ ਵਿੱਚ ਹੀ ਬਹਾਦਰ ਸ਼ਾਹ ਨੂੰ ਕਹਿਤਾ ਸੀ ਕਿ ਅਸੀਂ, ਜਦੋਂ ਬਹਾਦਰ ਸ਼ਾਹ ਮੁੱਕਰ ਗਿਆ ਸੀ ਨਾ, ਮਹਾਰਾਜ ਜੀ ਨੇ ਇਹਨੂੰ ਰਾਜ ਦਿੱਤਾ ਸੀ ਇਹਦੇ ਭਰਾ ਨੂੰ, ਵੱਡੇ ਤਾਰਾ ਆਜ਼ਮ ਨੂੰ ਮਾਰ ਕੇ, ਤੇ ਸਤਿਗੁਰੂ ਜੀ ਦੇ ਕੋਲੋਂ ਫਿਰ ਗਿਆ ਸੀ ਇਹ। ਕਹਿੰਦਾ, ਮਹਾਰਾਜ ਸਾਲ ਦਾ ਸਮਾਂ ਦੇ ਦਿਓ, ਕਿਉਂਕਿ ਹਜੂਰ ਨੇ ਕਿਹਾ ਸੀ ਜਿਨ੍ਹਾਂ ਹਾਕਮਾਂ ਨੇ ਸਾਡੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਉਹ ਸਾਡੇ ਹਵਾਲੇ ਕਰਨੇ ਹੋਣਗੇ। ਇਹ ਜਦੋਂ ਮੁੱਕਰ ਗਿਆ ਤੇ ਮਹਾਰਾਜ ਨੇ ਇਹਦੀ ਕਚਹਿਰੀ ਵਿੱਚ ਕਿਹਾ ਸੀ, ਬਹਾਦਰ ਸ਼ਾਹ ਤੈਨੂੰ ਵਡਿਆਈ ਦੇਣਾ ਚਾਹੁੰਦੇ ਸਭ, ਪਰ ਤੇਰੇ ਭਾਗਾਂ 'ਚ ਹੈ ਨਹੀਂ। ਸਤਿਗੁਰੂ ਜੀ ਨੇ ਉਦੋਂ ਇਹ ਬਚਨ ਕਹੇ ਸੀ, ਅਸੀਂ ਦੱਖਣ ਦੀ ਦਿਸ਼ਾ ਨੂੰ ਜਾ ਰਹੇ ਹਾਂ, ਇੱਕੋ ਹੀ ਸਿੰਘ ਸਾਜ ਕੇ ਭੇਜਾਂਗਾ, ਤੇਰੀ ਸਾਰੀ ਸਲਤਨਤ ਨੂੰ ਮਿੱਟੀ 'ਚ ਮਿਲਾ ਦੇਗਾ। ਇਹ ਸਤਿਗੁਰੂ ਜੀ ਨੇ ਬਹਾਦਰ ਸ਼ਾਹ ਨੂੰ ਬਹੁਤ ਵੀਰ ਰਸ ਦੇ ਸਹਿਤ ਬਚਨ ਕਹੇ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਦੋਂ ਆਗਰੇ ਵਿੱਚ ਹੀ ਇਹ ਸੰਕੇਤ ਦੇ ਦਿੱਤੇ ਸੀ, ਤੇ ਜੈਤ ਰਾਮ ਮਹੰਤ ਕਹਿੰਦਾ ਕਿ ਮਹਾਰਾਜ ਉੱਥੇ ਜਾਇਓ ਨਾ। ਹਜੂਰ ਨੇ ਉਦੋਂ ਹੱਸ ਕੇ ਕਿਹਾ ਕਿ ਜੈਤ ਰਾਮ ਤੂੰ ਐ ਕਰ, 2 ਆਪਣੇ ਚੇਲੇ ਭੇਜ ਦੇ ਨਾਲ ਸਾਡੇ, ਉੱਥੇ ਜੋ ਵਰਤਾਰਾ ਵਰਤੇਗਾ ਨਾ ਵੇਖ ਕੇ ਤੈਨੂੰ ਆ ਕੇ ਖਬਰ ਦੇਣਗੇ, ਜਾਣਾ ਅਸੀਂ ਉੱਥੇ ਜ਼ਰੂਰ ਹੈ। ਉਹਨਾਂ ਆਪਣੇ 2 ਬੈਰਾਗੀ ਨਾਲ ਭੇਜ ਦਿੱਤੇ। ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਉੱਥੇ ਆ ਕੇ ਉਤਾਰਾ ਕੀਤਾ, ਮਾਧੋ ਦਾਸ ਬੈਰਾਗੀ ਗੋਦਾਵਰੀ ਵਿੱਚ ਇਸ਼ਨਾਨ ਕਰਨ ਲਈ ਉਤਰਿਆ ਹੋਇਆ ਸੀ। ਸੇਵਕਾਂ ਨੇ ਖਬਰ ਦਿੱਤੀ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਪਲੰਘੇ ਤੇ ਸਜੇ ਹੈ। ਪੁੱਛਦਾ ਹੈ ਮਾਧੋ ਦਾਸ ਕਿ ਕੌਣ ਆ ਗਿਆ ਆਸ਼ਰਮ ਦੇ ਅੰਦਰ। ਉਸਦੇ ਸੇਵਕ ਕਹਿੰਦੇ ਆ,
जे उन्हां दे मस्तक वल वेखीए ते इउं लगदा जिवें खुद आप भगवान ही आ गया। जे उन्हां दी कलगी साहब झूलदी उत्ते शीश ते वेखदे आ ते इउं लगदा जिवें कोई शहनशाह आ करके बराज गया। गल विच पईयां होईयां मालां इउं प्रतीत हुंदियां जिवें कोई वड्डा भगत ही आ करके बैठ गया। गातरे पए होए शस्त्र इउं लगदे आ कि जिवें सब तो वड्डा सिपा सलार कोई होवे। माधो दास कहंदा एक गल दसो, तुसीं कई गल्लां कही जांदे हो, कहंदे सब कुछ ही उन्हां दे विचों प्रतीत हो रहा है, असीं तां भज आए आ, पर गल यह है कि दर्शन वेखीए ते ठंड जी पैंदी है। माधो दास अनुमान ला रहा सी कि क्योंकि सतगुरु जी की बाबत सुनिया सी इसने। अनुमान लाउंदा लाउंदा अपने डेरे वाल नूं तुरिया परखण दे लई। इसने जिहड़े वीर बस कीते होए सी ना, वीरां नूं छड्ड दिता कि पलंगा पलट दिओ। भाई संतोख सिंह जी ने लिखिया है कि सच्चे पातशाह महाराज पलंगे ते सजे हुए है। ये जिहड़े भैरों दे वीर है, हनुमान दे वीर है, जदों पलंगे दे लागे आउंदे है ते वापस परत जांदे है। माधो दास बैरागी नूं कहंदे है सानू अपने इष्ट देव दा दर्शन हुंदा है ते जिहड़े इष्ट देव नूं पूजदे आ उहदा पलंगा किवें पलट सकदे आ। वीरां कोलों पलंगा नहीं पलटिया गया। तराटक शक्ति हुंदी है जदों अखां 'च अखां पा के तकीए ना, जिहदे कोल तराटक शक्ति हुंदी है उस शेर नूं भी बिल्ली बना दिंदा। जे मनुख कोल तराटक शक्ति हुंदी आ, दूसरे वल वेख के उहनूं अपने मगर ला लैंदा, जो कहे ओहो ही कही जांदा। ਉਹਦੇ सोचण नूं, ਉਹਦੇ फुरने नूं, ਉਹਦੇ दिल दिमाग नूं अपने कंट्रोल विचों लै लैंदा ते बड़ियां गलत तरह दीयां कमाइयां कर करके ये चीज़ां हासिल हुंदियां। लाभ उन्हां दा कोई नहीं, बस मनुखां नूं पिछे लाउण तो वध होर कुछ भी नहीं। तराटक शक्ति आप तो वड्डे तो उत्ते नहीं चलदी। हुण दीवा सूरज नूं लाट विखा के अपनी रोशनी विखा करके ते सूरज दी लाट नूं खिंचना चाहे, सूरज दी गर्मी नूं जज़ब करना चाहे कर सकदा, दीवा नहीं कर सकदा। जदों माधो दास ये भावना लैके कि तराटक शक्ति बन देंगा, धन गुरु गोबिंद सिंह सच्चे पातशाह महाराज का जदों दर्शन होया, नेत्रां वल जदों महाराज दे नेत्र पए, माधो दास की नीवी पै गई। हजूर दे नेत्रां च नहीं वेख सकिया। सच्चे पातशाह जी महाराज ने मुलाकात हुंदे पुछया, भाई तू कौन है? आख्या महाराज मैं बंदा हाँ जिथों नाम प्रसिद्ध होया। सतगुरां जी ने कहा फिर बंदियां वाले कर्म करने चाहिए, घर आयां दी इज्जत थोड़ो लाई दी है, सत्कार करीदा। सच्चे पातशाह दे चरनी ढह पिया सी ये माधो दास बैरागी। गरीब नवाज सच्चे पातशाह जी ने इस नूं कहा कि तराटक शक्तियां ये मंत्र साध के मन की शांति नहीं प्राप्त हुंदी। जिस गुरु तो तू ये शक्तियां लईयां ने माधो दास, तेनू पता तेरा गुरु कित्थे है? कहंदा नहीं महाराज मैनू इन्नी तां सोझी नहीं कि मेरा गुरु कित्थे है। सतगुरु जी कहंदे मिलना चाहुंदा अपने गुरु नूं? कहंदा हाँ महाराज। उत्थे कमीठ दे रुख हुंदे साध संगत जी, वो बाहरों सख्त हुंदे नारियल वर्गे, उहदे विच गुद्दा जिहा हुंदा, उहदी चटनी भी बना करके खांदे। अजे भी हैगे उत्थे कमीठ दे रुख। महाराज कहंदे आओ कमीठ दे रुख दा फल तोड़ के लिया, उहदे विच कीड़ा बणिया बैठा तेरा गुरु। माधो दास बड़ा हैरान होया, कहंदा महाराज मेरा गुरु तां बड़ियां शक्तियां दे संपन्न सी, ये मर के कीड़ा क्यों बन गया? सतगुरु जी कहंदे जदों मरन लगा सी इहदे मन विच खाहश रह गई कि सारी उम्र इत्थे बतीत कर दित्ती, आ कमीठ दा फल ही नहीं खा के वेखिया। ते अंत काल जिहड़ी इच्छा मन विच आ जांदी है, उधर नूं वासना लै जांदी है, मर के कमीठ दा फल खांदा हुण कीड़ा बन के। सतगुरु पातशाह जी महाराज ने कोलों जल पा के ना माधो दास दीयां गल्लां उस कीड़े नाल करातीआं, उहनूं पता लग गया कि मेरा गुरु है। कहंदा महाराज मेरे गुरु दा भला कर दिओ। सच्चे पातशाह जी महाराज ने उसदे गुरु नूं सदगति दित्ती। ते साध संगत जी सच्चे पातशाह जी महाराज आप उत्थे गरीब नवाज जी दीवान सजाउंदे, रोज संगतां दर्शन करदियां। किन्ने किन्ने बचन सतगुरां जी दे उत्थे कहे होए, 52 हुक्म अज सिੱਖਿਆ ਦੇ रूप ਵਿੱਚ संगतां पढ़दियां ने। एक जिहड़ा खालसा धर्म शास्त्र ग्रंथ वो सच्चे पातशाह जी महाराज ने
बड़े बड़े जिंदगी दे जीवन दे रोजमर्रा दे जिहड़े साडे सामने घटनावां वापरदियां सच्चे पातशाह ने सिक्ख्यावां दृढ़ कीतियां। वकारां तो बचन लई सच्चे पातशाह ने गरीब नवाज ने उपदेश दिता है। सतगुरु गरीब नवाज शाम दे वक्त इतिहास की कथा महाराज आप सुनाया करते। सवेर वेले गुरबाणी की कथा हुंदी। माधोदास बैरागी अपने चेलियां समेत आ करके दरबार विच बैठदा, कथा सुनदा। सच्चे पातशाह जी महाराज जदों गुरु नानक साहब जी के जीवन इतिहास तो 14 महीने महाराज उत्थे रहे। सच्चे पातशाह गरीब नवाज सतगुरु जी जदों कथा करते संगतां बैठ के सुनदियां। पंजवें पातशाह का शहीदी इतिहास महाराज सुनाया। इउं क्रमवार सारा इतिहास सुणाउंदियां महाराज जी ने पिता सतगुरु की शहादत सुनाई। दिल्ली के चांदनी चौक विच जिवें गुरुदेव पिता ने शहादत दी। माधोदास बैरागी महाराज गुरु तेग बहादुर साहब के जीवन तो बहुत प्रभावित होया जदों उस सुनिया, क्योंकि उन्होंने पता ही नहीं सी कि हिंदुस्तान की धरती ते इहो जिहा पाप वरतिया कि जिथे गुरु तेग बहादुर साहब वर्गी पवित्र आत्मा नूं शहीद किया गया होवे। जदों उस सुनिया ते बहुत उहदा चित्त जिहड़ा सी ना वो गुरु साहब के चरनां विच प्रेमी हो गया। फिर सच्चे पातशाह जी महाराज जी ने आनंदपुर साहब दीयां जंगां सुनाईयां। साध संगत जी 25,000 महरटे ने अमृत छक लिया सी जदों महाराज उत्थे गए सी। महरटे है ना जिहड़े वो अमृत छक के सिंह सज गए सी। 25,000 की गिणती है लिखतां विच। बराड़ सिंह भी सीगे नाल। सच्चे पातशाह दे 94वें हजूरी सिंह ने नाल। हजूर दे रसना तो उपदेश सुन सुन के प्राणी तक ही उत्थों दे पशु पक्षियां ते भी असर हो जाता। जदों सतगुरां ने चमकौर साहब का साका सुनाया वो बैरागी बनिया माधोदास। सोचदा है इस जिल्लत की जिंदगी नालों ते आ सूरबीर की 2 घड़ियां की जिंदगी किन्नी चंगी है। सच्चे पातशाह महाराज ने अपने सामने अपने साहबजादे शहीद करवाए है। फिर जदों महाराज सच्चे पातशाह जी ने सरहंद का साका सुनाया ना, जो नूरे माही ने सतगुरां जी नूं दसिया सी, ते माधोदास बैरागी सच्चे पातशाह जी के चरनां च उठ के खड़ा हो गया। सतगुरु जी नूं कहिंदा महाराज एडा दुख तां पंखेरुआं कोलों भी नहीं सहारिया जांदा, ते महाराज तुसीं अपनी रसना तो सहज ही दसी जाने आ। सच्चे पातशाह जी महाराज दे हजूर खलो के माधोदास ने फिर बचन कहे सी, महाराज जिस सरहंद के अंदर आप दे साहबजादे शहीद होए है, मैं उस सरहंद की इट नाल इट वजा देंगा। बैरागी दे अंदर ठंडे खून ने उबाला खादा। फिर ये सुन करके जदों गुरु तेग बहादुर साहब जी की शहादत हुई है ना, ते हिंदुस्तान दे अवाम ने हाहाकार की है। वो बचन महाराज जी ने कहा है सब जग पयो, जय 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 सुर लोक। पर किसे विच हिम्मत नहीं सी जरवाणे नाल लड़न दी। लोग हाहाकार तां करदे आ, बड़ा जुल्म होया, बड़ा जुल्म होया, इस तो वध कख भी नहीं करदे। ते गुरु तेग बहादुर साहब दी जदों शहादत हुई सी, महाराज ने भाई जैते नूं पुछया सी, 9 साल दी आयु विच भाई जैता जदों पिता जी दे शीश ते तलवार जलाद चलाउण लई खड़ा सी, किसी ने हा दा नारा नहीं मारिया। कोई सिख नहीं दिल्ली दा अगे आया, कहा महाराज सिख तां सीगे पर सारे भेख विच करके पछाणिया कोई नहीं सी जांदा। उदों महाराज ने बचन कहे सी कि मैं इहो जिहा वखरा भेख साज दांगा जिवें हंस नहीं किसे विच रलदा, मैं खालसा मेरा नहीं रलेगा किसे विच, दूरों पछाणिया जावेगा। सच्चे पातशाह जी महाराज की शहादत नाल हिंदुस्तान दे अवाम दे अंदर जरवाणियां दे खिलाफ गुस्सा भर गया। पर केवल इन्ना ही शब्द कहते हैं, बहुत कहर होया, बहुत कहर होया। जदों महाराज जी दे वड्डे साहबजादे चमकौर दे मैदाने जंग दे अंदर शहीद होए, इस पंजाब देश दे वासियां दे अंदर फिर गुस्सा जिहड़ा सी ना बहुत भर गया। सतगुरां दे साहबजादियां दी शहादत सुन करके मन दे अंदर फिर वीर रस आया, पर फिर भी लड़न की हिम्मत ना जुटा सके जरवाणियां नाल। पर जदों महाराज दे छोटे साहबजादियां दी शहादत हुई है,
उस समय इस पंजाब देश दे वासी हरेक दे मन दे अंदर एडा रोह आ गया कि सानू कोई इहो जिहा महाराज दा भेजिया जरनैल आवे जिहड़ा एक बारी सरहंद दीयां कंधां नाल टकरा देवे। हरेक दे मन दे अंदर इन्ना रोह है, क्योंकि जिन्नी छोटी उम्र दी शहादत हुंदी है ना, उन्ना उहदा वध असर हुंदा है। सच्चे पातशाह जी दे घर दे अंदर सिखां ने शहादतां पाईआं, उन्हां दे वड्डे बुलंद हौसले छोटे साहिबजादियां दी शहादत ने कीते। इन्नियां छोटियां उमरां ते नीहां विच खलो करके कहा कि सिर जावे तां जावे, साडा सिੱਖੀ सिदक ना जावे। ये एडा बल भर दिता कौम दे अंदर। माधो दास बैरागी दा जदों खून गरमा गया, उन्होंने रोह आ गया। सच्चे पातशाह जी महाराज ने इसनूं तिस समय उपदेश दिता, माधो दास जिउना ओ जे किसी मजलूम लई जीविया जावे, मरना ओ जे किसी मजलूम दी रखिया वास्ते अपने प्राण दिते जान। गरीब नवाज सच्चे पातशाह जी ने आप पंजां प्यारियां विच लग करके माधो दास बैरागी नूं अमृत दी दात बख्शिश कीती। ते जदों अमृत छकिया, सतगुरां जी ने नाम गुरबख्श सिंह रखे। बाबा बंदा सिंह बहादुर नाम मशहूर होया, पर बाबा बंदा सिंह जी दा नाम जिहड़ा सी ना, वो भाई गुरबख्श सिंह जी रखिया सीगा। सच्चे पातशाह जी महाराज ने फिर माधो दास बैरागी दी काया कल्प कर दिती। इनू कहा तू कर्मवीर है, कर्म कर। इस धरती ते आ करके जे चार शक्तियां, तराटक शक्तियां साधनियां आ गईयां, मंत्र जंतर आ गए, उसका जिउना सफल नहीं हुंदा। जिहड़ा मजलूमां वास्ते जिउंदा है, गरीब दी रखिया करदा है, किसी चंगे लक्ष्य की प्राप्ति विच अपने जीवन नूं लै करके चलदा है, उन्हां दा जीवन धन हो जांदा। सच्चे पातशाह जी महाराज दे उपदेश नूं पा करके ये माधो दास तो भाई गुरबख्श सिंह बन गया। ते सतगुरां जी ने फिर आग्या कीती, जदों महाराज सच्चे पातशाह ने पंजाब दी धरती नूं तोड़ना सी, हजूर ने अपने कर कमलों नाल हुक्मनामा साहिब लिखिया। ते सतगुरां जी ने वह हुक्मनामे पंजाब देश की धरती नूं तोड़ दिते। आख्या कि असीं अपना जरनैल थाप के भेज रहे हैं, जथा शक्त इस दे नाल मोढे नाल मोढा जोड़ करके इसकी सहायता करनी ते सिੱਖੀ वास्ते पुरुषार्थ करना। इस सच्चे पातशाह जी महाराज दे हुक्मनामे साहब जिहड़े सी नंदेड़ साहब की धरती तो चले। ते सतगुरु जी जदों भाई गुरबख्श सिंह बाबा बंदा सिंह बहादुर नूं तोड़ना सी, ते महाराज ने 5 सिंह थापे सी। 5 सिंघां नूं सतगुरां जी ने यह कह के वो पंजे दे पंजे सिंह महाराज दे हजूरी सिंह है। तो सतगुरां जी ने कहा सी, बंदा सिंह इन्हां 5 दी आग्या विच चलना, ते कहा जिथे भटक जावे उत्थे गुरमत दा राह इहनूं दसना। गरीब नवाज सच्चे पातशाह फिर बख्शिशां कीतियां, जिहड़े इतिहास दे अंदर ये जिक्र हैं। सच्चे पातशाह जी महाराज ने अपने 5 तीर सौंपे, ते सतगुरां जी ने बचन कहे कि माधो दास केवल ये धात दे बने हुए तीर नहीं हैं, ये साडे कमर कसे दे शस्त्र ने। जदों तैनूं महसूस होवे कि किते मोर्चा फतेह नहीं हुंदा, ते साडा तीर केवल तंदी ते चाड़ के सीधा करी मोर्चा फतेह हो जाएगा, चलाउण दी लोड़ नहीं पवेगी। सच्चे पातशाह जी महाराज नूं पुछया सी, महाराज इहनूं चलाउणा क्यों नहीं? महाराज कहंदे तीर असी कदे चमकौर दी गढ़ी चों छड्डे ते 10-10 हज़ार दे विच दी कढे सी। भावें कि अज असी कहने आ ते कोई सुन के शंका करदा है, इवें किवें हो सकदा है? साध संगत जी 25 पाउंड दा तीर ते चंगी चादर नूं पाड़न दी समर्था रखदा है। 80 पाउंड दे तीर चलाइए ना कमान तो ते अख नहीं पकड़दी उस तीर नूं। ते गुरु गोबिंद सिंह सच्चे पातशाह दा कमान जिहड़ा सी ना, वो साध संगत जी तकरीबन 480 पाउंड दा सी। ते जे केवल 80 पाउंड दे कमान नूं चले हुए तीर नूं अख नहीं पकड़ पाउंदी, ते तुसीं अंदाजा ला सकदे हो कि 480 पाउंड दे प्रैशर नाल तीर चलदा होਊਗਾ ते अगे की हाल हुंदा होਵੇਗਾ। इस करके आपां नूं ਉਹ विद्या ही भुल गई, ਉਹ चीज़ां ही भुल गईयां, ते फिर साडा मन कहंदा इउं हो नहीं सकदा। सतगुरु जी फिर अपने गात्रे वाली महाराज श्री साहब देन लगे।
ਤੇ ਭਾਈ ਦਇਆ ਸਿੰਘ ਸਾਹਿਬ ਨੇ ਰੋਕ ਦਿੱਤਾ, ਆਖਿਆ ਨਹੀਂ ਮਹਾਰਾਜ ਇਹ ਨਹੀਂ ਦੇਣੀ। ਸਤਿਗੁਰੂ ਜੀ ਹੱਸ ਪਏ। ਮਹਾਰਾਜ ਜੀ ਨੇ ਆਖਿਆ ਭਾਈ ਦਇਆ ਸਿੰਘ ਜੀ ਤੁਸੀਂ ਸ਼ੰਕਾ ਕਾਹਨੂੰ ਕੀਤੀ ਹੈ, ਪਰ ਜੇ ਤੁਸੀਂ ਕਹਿੰਦੇ ਆ ਤੇ ਅਸੀਂ ਨਹੀਂ ਦਿੰਦੇ, ਪਰ ਸਾਡਾ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਸਭ ਕੁਝ ਤੁਹਾਡਾ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਨੇ ਆਪਣੇ ਖਾਲਸੇ ਦੀ ਬਾਬਤ ਕਿਹਾ, ਹਉ ਖਾਲਸੇ ਕਾ ਖਾਲਸਾ ਮੇਰੋ। ਮਹਾਰਾਜ ਕਹਿੰਦੇ ਮੈਂ ਖਾਲਸੇ ਦਾ ਤੇ ਖਾਲਸਾ ਮੇਰਾ ਹੈ। ਤੇ ਅਭੇਦਤਾ ਕਿਵੇਂ ਆ? ਕਹਿੰਦੇ ਓਤ ਪੋਤ ਜਿਉਂ ਸਾਗਰ ਬੰਦੇਰੋ। ਜਿਵੇਂ ਕਹਿੰਦੇ ਬੂੰਦ ਸਾਗਰ ਵਿੱਚ ਅਭੇਦ ਆ ਨਾ, ਇਵੇਂ ਅਸੀਂ ਖਾਲਸੇ ਵਿੱਚ ਅਭੇਦ ਆ ਤੇ ਸਾਡੇ ਵਿੱਚ ਖਾਲਸਾ ਅਭੇਦ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹ ਸ੍ਰੀ ਸਾਹਿਬ ਗਾਤਰੇ ਕਰ ਲਈ ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ 25 ਸਿੰਘ ਮਹਾਰਾਜ ਜੀ ਨੇ ਨਾਲ ਦੇ ਕੇ ਸਤਿਗੁਰਾਂ ਜੀ ਨੇ ਤੋਰਿਆ। ਜਿਵੇਂ ਫਿਰ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਸਾਧ ਸੰਗਤ ਜੀ ਪੰਜਾਬ ਦਾ ਨੇੜਾ ਕੀਤਾ। ਖਬਰਾਂ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਦੇ ਹੁਕਮਨਾਮੇ ਸਾਹਿਬ ਦੀਆਂ ਪੰਜਾਬ ਵਿੱਚ ਜਿਵੇਂ ਜਿਵੇਂ ਥਾਵਾਂ ਥਾਵਾਂ ਤੇ ਮਿਲੀਆਂ ਤੇ ਸਿੰਘਾਂ ਨੇ ਕਮਰ ਕੱਸੇ ਕੀਤੇ। ਬਾਬਾ ਬੰਦਾ ਸਿੰਘ ਦੇ ਆਉਣ ਦੀਆਂ ਖਬਰਾਂ ਜਿਵੇਂ ਪਤਾ ਲੱਗੀਆਂ, ਬਹੁਤ ਵੱਡਾ ਮਾਝੇ ਤੋਂ ਸਿੰਘਾਂ ਦਾ ਦਲ ਇਕੱਤਰ ਹੋਇਆ। ਉੱਥੇ ਕਈ ਇਤਿਹਾਸਕਾਰਾਂ ਨੇ ਬੜਾ ਇਉਂ ਲਿਖ ਦਿੱਤਾ ਕਿ ਬਾਬਾ ਬੰਦਾ ਸਿੰਘ ਨੇ ਬੜੀਆਂ ਲੁੱਟਾਂ ਮਾਰਾਂ ਕੀਤੀਆਂ, ਬੜੀਆਂ ਖੋਹਾਂ ਕੀਤੀਆਂ। ਉਹ ਸਿਰਫ ਇਤਿਹਾਸ ਨੂੰ ਝੂਠਿਆਂ ਕਰਨ ਲਈ ਕਿ ਸਿੱਖ ਖੂੰਖਾਰ ਹੈ, ਗਰੀਬ ਨੂੰ ਤੰਗ ਕਰਦੇ ਹੈ। ਪਰ ਅੱਜ ਵੀ ਸਾਧ ਸੰਗਤ ਜੀ ਜ਼ਮੀਨ ਦੇ ਉੱਤੇ ਜਿਹੜਾ ਕੰਮ ਕੀਤਾ ਨਾ ਬਾਬਾ ਬੰਦਾ ਸਿੰਘ ਬਹਾਦਰ ਨੇ, ਸਾਰੀਆਂ ਦੀਆਂ ਸਾਰੀਆਂ ਜ਼ਮੀਨਾਂ ਜਿਹੜੇ ਵਾਹੁੰਦੇ ਸੀ ਉਹਨਾਂ ਨੂੰ ਅਲਾਟ ਕਰ ਦਿੱਤੀਆਂ ਸੀ। ਜਿੱਥੇ ਜਿੱਥੇ ਦੇ ਹਾਕਮ ਸੀਗੇ ਜਰਵਾਣੇ ਉਹਨਾਂ ਨੂੰ ਕੱਢ ਕੱਢ ਕੇ ਬਾਹਰ ਸਜ਼ਾਵਾਂ ਦਿੱਤੀਆਂ ਸੀ। ਤੇ ਮਹਾਰਾਜ ਜੀ ਨੇ ਤੁਰਨ ਲੱਗੇ ਆਖਿਆ ਸੀ ਬੰਦਾ ਸਿੰਘ ਜਿੱਥੇ ਸਰਹੰਦ ਆਉਣੀ ਹੈ ਨਾ, ਸਰਹੰਦ ਤੋਂ ਪਹਿਲਾਂ ਇੱਕ ਸਡੌਰਾ ਨਗਰ ਆਉਣਾ ਹੈ। ਤੇ ਸਡੌਰੇ ਦੇ ਰਹਿਣ ਵਾਲੇ ਸਨ ਪੀਰ ਬੁੱਧੂ ਸ਼ਾਹ ਜੀ। ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਉੱਥੇ ਇੱਕ ਮੇਰਾ ਪਿਆਰ ਵਾਲਾ ਗੁਰਸਿੱਖ ਰਹਿੰਦਾ ਸੀ। ਪੀਰ ਬੁੱਧੂ ਸ਼ਾਹ ਜੀ ਦੇ ਪਰਿਵਾਰ ਨੂੰ ਉੱਥੋਂ ਦੇ ਹਾਕਮਾਂ ਨੇ, ਚੌਧਰੀਆਂ ਨੇ ਸਾਧ ਸੰਗਤ ਜੀ ਬਹੁਤ ਬੁਰੀ ਤਰ੍ਹਾਂ ਬੇਰਹਿਮੀ ਨਾਲ ਕਤਲ ਕੀਤਾ ਸੀ। ਤੇ ਮਹਾਰਾਜ ਨੇ ਕਿਹਾ ਮੇਰੇ ਉਸ ਪਿਆਰ ਵਾਲੇ ਸਿੱਖ ਦਾ ਬਦਲਾ ਪਹਿਲੋਂ ਲੈਣਾ, ਮੇਰੇ ਸਾਹਿਬਜ਼ਾਦਿਆਂ ਦੇ ਸ਼ਹਾਦਤ ਦਾ ਬਦਲਾ ਲੈਣ ਤੋਂ ਪਹਿਲਾਂ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਡੌਰੇ ਦੇ ਚੌਧਰੀ ਪਕੜੇ ਸੀ ਨਾ, ਚਰਾਹਿਆਂ 'ਚ ਕੱਢ ਕੇ ਇਹਨਾਂ ਨੂੰ ਝੰਡਾ ਨਾਲ ਬੰਨ੍ਹ ਕੇ ਸਾੜਿਆ ਸੀ। ਸਮਾਣਾ ਨਗਰ ਜਿੱਥੇ ਬਹੁਤ ਜ਼ਿਆਦੇ ਅਹਿਮ ਅਹੁਦਿਆਂ ਵਾਲੇ ਲੋਕ ਰਹਿੰਦੇ ਸੀ, ਫਿਰ ਬਾਬਾ ਬੰਦਾ ਸਿੰਘ ਨੇ ਸਮਾਣੇ ਵੱਲ ਨੂੰ ਮੂੰਹ ਕੀਤਾ। ਬੜੇ ਬੜੇ ਰਹੀਸ ਸਿੱਖ ਜਿਹੜੇ ਸੀ ਉਹਨਾਂ ਨੇ ਬੜੀ ਮਾਇਆ ਭੇਟ ਕੀਤੀ, ਬੜੇ ਘੋੜੇ ਚੜਾਏ, ਬਹੁਤ ਸ਼ਸਤਰ ਅਰਪਣ ਹੋਏ। ਜਿੰਨੇ ਵੀ ਮਜਲੂਮ ਸੀ, ਜਿੰਨੇ ਵੀ ਗਰੀਬ ਸੀ, ਸਭ ਦੀ ਤਾਕਤ ਬਾਬਾ ਬੰਦਾ ਸਿੰਘ ਬਹਾਦਰ ਨਾਲ ਜੁੜਦੀ ਗਈ। ਆਵਾਮ ਸਾਥ ਜਦੋਂ ਦੇਵੇ, ਜਦੋਂ ਆਵਾਮ ਨਹੀਂ ਨਾ ਸਾਥ ਦਿੰਦਾ, ਕਿੱਡੀ ਵੀ ਤਾਕਤਵਰ ਹੋਵੇ ਫੌਜ ਲੜ ਨਹੀਂ ਸਕਦੀ। ਜਨਰਲ ਸਿਨਹਾ ਦੇ ਬੋਲ ਨੇ ਨੈਟ ਤੇ ਪਏ ਹੋਏ, ਉਦੋਂ ਉਹ ਆਰਮੀ ਦਾ ਕਮਾਂਡਰ ਸੀ ਤੇ ਸਰਕਾਰ ਸਿੱਖਾਂ ਨਾਲ ਧੱਕਾ ਕਰ ਰਹੀ ਸੀ। ਵੇਖੋ ਕੀ ਗੱਲਾਂ ਨੇ ਅੱਜ ਕੱਲ ਦੇ ਸਮੇਂ ਵਿੱਚ। ਸੋਚੀਏ ਮੰਗ ਸੀ ਕਿ ਹਰਮੰਦਰ ਸਾਹਿਬ ਦੇ ਨਾਂ ਦੇ ਉੱਤੇ ਰੇਲ ਗੱਡੀ ਦਾ ਨਾਮ ਰੱਖਿਆ ਜਾਵੇ, ਕਿੱਡੀ ਕੁ ਗੱਲ ਹੈ। ਤੇ ਫਿਰ ਹਰਮੰਦਰ ਸਾਹਿਬ ਦਾ ਕੀਰਤਨ ਸੰਸਾਰ ਭਰ ਵਿੱਚ ਜਿੱਥੇ ਸਿੱਖ ਮਰਜ਼ੀ ਸੁਣ ਸਕਣ, ਟਰਾਂਸਮੀਟਰ ਲਾਇਆ ਜਾਵੇ। ਅੱਜ ਆਪਾਂ ਸੁਣਦੇ ਹੀ ਹਾਂ, ਅੱਜ ਤਾਂ ਕੁਝ ਵੀ ਨਹੀਂ ਰਹੀਆਂ ਮੰਗਾਂ ਅੱਜ ਦੇ ਸਮੇਂ ਵਿੱਚ। ਉੱਥੇ ਇੱਕ ਸੈਂਟਰ ਦਾ ਮੰਤਰੀ ਆਇਆ ਤੇ ਇਹ ਉਸ ਸਮੇਂ ਜਰਨਲ ਸੀ। ਕਹਿੰਦਾ ਮੈਂ ਜਾ ਕੇ ਮੰਤਰੀ ਨਾਲ ਗੱਲ ਕੀਤੀ, ਕਹਿੰਦਾ ਮੈਂ ਪੰਜਾਬ ਦੀ ਪ੍ਰੋਬਲਮ ਤੇ ਗੱਲ ਕਰਨੀ ਹੈ। ਕਹਿੰਦਾ ਜਰਨਲ ਇਹ ਤਾਂ ਪੋਲੀਟੀਕਲ ਕੰਮ ਹੈ, ਤੈਨੂੰ ਇਹਦੇ ਨਾਲ ਕੀ ਮਤਲਬ ਹੈ? ਕਹਿੰਦਾ ਠੀਕ ਹੈ ਪੋਲੀਟੀਕਲ ਤੁਹਾਡਾ ਮਤਲਬ ਹੈ, ਪਰ ਮੇਰੀ ਡਿਊਟੀ ਇੱਥੇ ਬਾਰਡਰ ਤੇ ਹੈ। ਜੇਕਰ ਕਿ ਪਾਕਿਸਤਾਨ ਨਾਲ ਕਿਸੇ ਪ੍ਰਕਾਰ ਦੀ ਵੀ ਕੋਈ ਜੰਗ ਦੇ ਹਾਲਾਤ ਬਣਦੇ ਹੈ ਤੇ ਜੇ ਸਿੱਖਾਂ ਦਾ ਮਨ ਸਰਕਾਰ ਦੇ ਪ੍ਰਤੀ, ਫੌਜ ਦੇ ਪ੍ਰਤੀ ਰੋਹ ਵਿੱਚ ਭਰਿਆ ਹੋਇਆ ਤੇ ਮੈਂ ਯੁੱਧ ਨਹੀਂ ਲੜ ਸਕਾਂਗਾ, ਕਿਉਂਕਿ ਆਵਾਮ ਮਦਦ ਨਾ ਕਰੇ, ਕਿੱਡੀ ਵੀ ਆਰਮੀ ਹੋਵੇ ਉਹ ਲੜ ਨਹੀਂ ਸਕਦੀ। ਫਿਰ ਉਹ ਕਹਿੰਦਾ ਸੰਜੀਦਾ ਹੋਇਆ, ਕਹਿਣ ਲੱਗਾ ਅੱਛਾ ਪੁੱਛ ਜਰਨਲ ਕੀ ਪੁੱਛਣਾ ਚਾਹੁੰਦਾ? ਕਹਿੰਦਾ ਕਿ ਉਹ ਮਸਲਾ ਕੀ ਹੈ? ਉਹਨੇ ਦੱਸਿਆ ਕਿ ਆਹ ਮੰਗਾਂ ਨੇ। ਤੇ ਜਰਨਲ ਆਪ ਕਹਿੰਦਾ ਉਹਦੀ ਸੁਣ ਲਿਓ ਤਾਂ ਭਾਵੇਂ ਕੱਢ ਕੇ। ਕਹਿੰਦਾ ਮੈਂ ਤਾਂ ਹੱਸ ਪਿਆ ਸੁਣ ਕੇ ਤੇ ਕਿਹਾ ਰਾਈਟ ਵੇ ਹੁਣੇ ਡਨ ਕਰੋ ਇਹ। ਤੇ ਅੱਗੋਂ ਮੰਤਰੀ ਕਹਿੰਦਾ ਇਹ ਸਿੱਖ ਬੜੇ ਖਰਾਬ ਹੈ, ਜੇ ਅੱਗ ਇਹ ਮੀਟਰ ਥਾਂ ਮੰਗਦੇ ਆ ਨਾ, ਕੱਲ ਨੂੰ ਇਹਨਾਂ ਨੇ 2 ਮੀਟਰ ਮੰਗਣੀ ਹੈ, ਇਸ ਕਰਕੇ ਇਹਨਾਂ ਨੇ ਇੱਥੇ ਹੀ ਸਿਰ ਦੱਬਣਾ ਇਹਨਾਂ ਦਾ। ਵੇਖੋ ਅੱਜ ਉਹ ਮੰਗਾਂ ਕੀ ਨੇ? ਕੁਝ ਵੀ ਨਹੀਂ, ਛੋਟੀਆਂ ਮੰਗਾਂ ਨੇ। ਪਰ ਉਹਨਾਂ ਨੂੰ ਉਹ ਮੰਗਾਂ ਨਾਲ ਨਹੀਂ,
सिक्खी दी शान नाल उन्हां नूं नफरत सीगी। साध संगत जी, जदों धरती ते वसदा होया हरेक मनुख, महापुरखां दे भी कहे हुए बोल ने कि जिन्ना चिर हरेक सिख दे अंदर एक ख्याल नहीं ना आउंदा, उन्ना चिर तुहानूं कदाचित भी जिहड़ा ना वो आज़ादी नहीं मिलनी। तुहानूं कदा भी सिक्खी दा प्यार नहीं अंदर आवेगा जिन्ना चिर हरेक बंदे दे मन में ख्याल ना आवे कि मैं जिल्लत दी जिंदगी जी रहा। जदों बाबा बंदा सिंह जी बहादुर ने नेड़ा कीता ना देश की धरती का, ते आम आवाम जिहड़ा सी उन्हां दा साथ दिंदा सी। बहुत भारी बाबा बंदा सिंह बहादुर नूं माइकी भी मदद मिली ते ਸਿੰਘਾਂ दे जथे आके नाल रले। जदों समाणे नूं ढाया ना जाके, उस समाणे विचों जलालुद्दीन नूं बाहर कढ़िया फिर ते जलालुद्दीन नूं पुछया बाबा बंदा सिंह बहादुर ने, ओ जलालुद्दीन कित्थे आ नरंगे दी फड़ाई तलवार? ये जलालुद्दीन वो है जिन्हें गुरु तेग बहादुर साहब दे पावन शीश ते तलवार दा वार कीता सी ते उस नूं मौत दे घाट उतारिया फिर बाबा बंदा सिंह बहादुर ने। जो जलालुद्दीन कहंदा मैनूं माफ कर दिओ, की उहदा माफी जिन्ना अपराध सीगा, कुछ अपराध ऐसे हुंदे जिन्हां नूं माफ नहीं किया जा सकता। ते साध संगत जी, शाशल बेग ते बाशल बेग ये भी समाणे च लुके हुए सी, क्योंकि जिहड़ा कर्म कीता हुंदा ना, जिन्हां ने सिੱਖੀ दे वादे कीते, घिनौणे जुल्म कीते, उन्हां नूं अज भी उन्हां दे पाप सताउंदे आ। क्या ना पापी के मारने को पाप महाबली। बाबा बंदा सिंह बहादुर ने भी पकड़ ले। शाशल बेग ते बाशल बेग नूं फिर फाहे दे के मारिया सीगा। पुछिया सीगे जदों साहबजादियां दे गोडे दे उत्ते तेसी मार्केट रखी सी, उदों साहबजादियां दी अखां वल नहीं वेखिया, जालम भीख मंगदे सी उदों, पर बाबा बंदा सिंह बहादुर ने बख्शिया नहीं। जदों उन्हां नूं फाहे दे के मारिया, इस देश दे आवाम ने उस समय बहुत ज़्यादा खुशी की। हरेक धर्मी मनुख दे मन नूं ठंड पै गई, क्योंकि गुरुदेव दे छोटे साहबजादियां दा बहुत गुस्सा सी इस आवाम दे अंदर। ते बाबा बंदा सिंह बहादुर जदों सरहंद दा नेड़ा कर रहे सी, वजीद खान नूं खबरां मिल रहीआं सी, फिर माझे दा बहुत वड्डा जथा जदों बाबा बंदा सिंह बहादुर नाल आकर के मिलना सी, वजीद खान ने मलेरकोटलीए नवाब जिहड़े सी ना, इन्हां नूं प्रेरिया कि माझे दा जथा बाबा बंदा सिंह बहादुर नाल ना मिले। जिहड़ा शेर मुहम्मद खान है, साध संगत जी, इन्हें हा दा नारा मारिया सी। जदों साहबजादियां नूं शहीदी दा फतवा दिता सी ना, इन हा दा नारा मारिया सी। जे हा दा नारा मारिया ते ओदा भी अवजाना सिखां ने चुकाया। मलेरकोटले दा देश की वंड वेले एक भी पत्ता नहीं हिलिया, उत्थों दे किसी मुसलमान का नुकसान नहीं होया, क्योंकि सिखां नूं वो समा याद सी जदों शेर मुहम्मद खान ने कचहरी विच उठ के हा दा नारा मारिया सी। पर जदों माझे दे दल नूं रोकण लई मलेरकोटलीए नवाबां नूं शेर मुहम्मद खान नूं प्रेरिया ना वजीद खान ने, ये रोपड़ दे फिर पत्तन ते खून रेत जंग होई, ਸਿੰਘਾਂ ਦੀ तेग ਦੀ धार लंघ गया सी शेर मुहम्मद खान, मारिया गया सी। एक ये भी जिक्र है, मैं मलेरकोटले का जिक्र किया सी, माता जी की एक दासी जिउंदी पकड़ लई सी इसने, बहुत ज़्यादा उस दे उत्ते तशद्दद किया, उसनूं मलेरकोटले लै आया, जबरदस्ती उसनूं अपने नाल निकाह कराउण वास्ते बहुत कहर ढाया। अखीर वो कैद दे अंदर ही शहीद हो गई ते नमोशी करके फिर उसने उसका शरीर जिहड़ा सी ना किले दे अंदर दफन कर दिता सी। जदों बाबा बंदा सिंह बहादुर ने फिर रौंदिया ना घोड़ियां दीयां टापां थले जालमां नूं, ते पता लगा सिखां तो कि माता जी की एक दासी सी, मलेरकोटलिया नवाब दासी बना के नाल लै गया सी। ते बाबा बंदा सिंह बहादुर ने जदों मलेरकोटले वाल नूं मूँह सीधा कीता ना, डर गए सारे, क्योंकि जोर ही इन्ना ज्यादा पै चुका सी, सारे भै भीत हो गए। ते कदे बैरागियां दी जमात विच माधव दास बन के इत्थे रहे सी, ते इत्थों दे जिहड़े वो चौधरी सी, रहीस सीगे, वो जानदे सन। वो फिर अगे निकल के आए, हथ जोड़ के कहा कि मलेरकोटला उजाड़िया ना जावे,
ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ ਮੈਂ ਮਲੇਰਕੋਟਲੇ ਨੂੰ ਉਜਾੜਨ ਨਹੀਂ ਆਇਆ। ਉਹਨਾਂ ਨੂੰ ਨਿਸ਼ਾਨਦੇਹੀ ਦੱਸੀ, ਕਹਿੰਦੇ ਮੈਂ ਤਾਂ ਮਾਤਾ ਜੀ ਦੀ ਦਾਸੀ ਦੇ ਸਰੀਰ ਨਾਲ ਕੀ ਵਾਪਰਿਆ ਉਹ ਵੇਖਣ ਆਇਆ। ਤੇ ਫਿਰ ਸਾਧ ਸੰਗਤ ਜੀ ਉਸ ਕਿਲੇ ਦੇ ਅੰਦਰੋਂ ਦੱਸੀ ਹੋਈ ਨਿਸ਼ਾਨਦੇਹੀ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਜਿਹੜਾ ਸੀ ਨਾ ਉਹ ਜਦੋਂ ਪਟਾਇਆ ਥਾਂ ਤੇ ਉੱਥੋਂ ਫਿਰ ਅਸਤ ਪ੍ਰਾਪਤ ਹੋਏ। ਉਹਨਾਂ ਦੇ ਅੰਤਮ ਸੰਸਕਾਰ ਦੀ ਕਿਰਿਆ ਸਰੀਰ ਦੀ ਕੀਤੀ ਤੇ ਮਲੇਰਕੋਟਲੇ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਛੇੜਿਆ ਨਹੀਂ, ਕਿਉਂਕਿ ਜੇ ਉਸ ਨਵਾਬ ਨੇ ਹਾਂ ਦਾ ਨਾਰਾ ਮਾਰਿਆ ਸੀ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਵੀ ਮਲੇਰਕੋਟਲੇ ਨੂੰ ਕੁਝ ਨਹੀਂ ਕਿਹਾ। ਸਿਰਫ ਤੇ ਸਿਰਫ ਕਿਲੇ ਦੇ ਅੰਦਰੋਂ ਮਾਤਾ ਜੀ ਦੀ ਦਾਸੀ ਦਾ ਉਹ ਸਰੀਰ ਲੱਭ ਕੇ ਅੰਤਮ ਸੰਸਕਾਰ ਕੀਤਾ, ਗੁਰਮਤਿ ਅਨੁਸਾਰ ਕਿਰਿਆ ਕੀਤੀ। ਜਦੋਂ ਸਰਹੰਦ ਦਾ ਨੇੜਾ ਕੀਤਾ ਤੇ ਫਿਰ ਇਸ ਜੰਗ ਵਿੱਚ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀਗਾ, ਜਿਹੜੀ ਰੋਪੜ ਦੇ ਪੱਤਣ ਤੇ ਹੋਈ, ਪਰ ਸਿੰਘਾਂ ਦੇ ਰੋਹ ਦੇ ਅੱਗੇ ਇਹ ਮੁਗਲ ਟਿਕ ਨਹੀਂ ਸਕੇ। ਬਹੁਤ ਵੱਡੀ ਫੌਜ ਬਾਬਾ ਬੰਦਾ ਸਿੰਘ ਸਾਹਿਬ ਦੇ ਨਾਲ ਆ ਕਰਕੇ ਮਿਲੀ। ਜਦੋਂ ਫਿਰ ਸਰਹੰਦ ਦੇ ਉੱਤੇ ਚੜ੍ਹਾਈ ਕੀਤੀ ਹੈ, ਬਹੁਤ ਲਹੂ ਡੋਲਵੀਂ ਇੱਥੇ ਲੜਾਈ ਲੜੀ ਗਈ। ਇਸ ਜੰਗ ਦਾ ਬੜਾ ਵਿਸਥਾਰ ਲਿਖਿਆ, ਭਾਵੇਂ ਕਿ ਕਹਿੰਦੇ ਆ ਕਿ ਵਜ਼ੀਰ ਖਾਨ ਦੇ ਕੋਲ ਬੜੀਆਂ ਵੱਡੀਆਂ ਤੋਪਾਂ ਸਨ, ਬੜੀ ਵੱਡੀ ਫੌਜ ਦੀ ਗਿਣਤੀ ਸੀ, ਪਰ ਬਾਬਾ ਬੰਦਾ ਸਿੰਘ ਬਹਾਦਰ ਨੇ ਯੁੱਧ ਛਿੜਨ ਤੋਂ ਪਹਿਲਾਂ ਆਪਣੇ ਸਾਰੀ ਫੌਜ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਹਾ, ਖਾਲਸਾ ਜੀ ਅੱਜ ਸਾਹਮਣੇ ਉਹ ਮੁਕਾਮ ਹੈ ਜਿੱਥੇ ਬਾਬਾ ਫਤਿਹ ਸਿੰਘ ਸਾਹਿਬ ਜੀ ਖਲੋਤੇ ਸੀ। ਅੱਜ ਸਾਹਮਣੇ ਉਹ ਮੁਕਾਮ ਹੈ ਜਿੱਥੇ ਬਾਬਾ ਜੋਰਾਵਰ ਸਿੰਘ ਸਾਹਿਬ ਨੇ ਖਲੋ ਕੇ ਸ਼ਹਾਦਤ ਪਾਈ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਚੇਤੇ ਕਰਾ ਕੇ ਕਿਹਾ, ਖਾਲਸਾ ਜੀ ਜਦੋਂ ਅੱਜ ਦੇ ਦਿਨ ਨੂੰ ਸਾਡੀਆਂ ਆਉਣ ਵਾਲੀਆਂ ਨਸਲਾਂ ਯਾਦ ਕਰਨਗੀਆਂ ਨਾ, ਫਖਰ ਨਾਲ ਉਹਨਾਂ ਦਾ ਸੀਨਾ ਚੌੜਾ ਹੋਇਆ ਕਰੇਗਾ। ਇਸ ਮੈਦਾਨੇ ਜੰਗ ਦੇ ਅੰਦਰ ਸ਼ਹੀਦ ਹੋਵੋਗੇ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਰੂਪ ਦੀ ਦਾਤ ਪ੍ਰਾਪਤ ਹੋਵੇਗੀ। ਹਰੇਕ ਸਿੰਘ ਮਰਨ ਨੂੰ ਕਾਹਲਾ ਪੈ ਰਿਹਾ ਸੀ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲੈਣਾ। ਇਹੋ ਜਿਹਾ ਫਿਰ ਸਾਧ ਸੰਗਤ ਜੀ ਯੁੱਧ ਹੋਇਆ। ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ ਕਿ ਜਦੋਂ ਯੁੱਧ ਅਟਕ ਗਿਆ ਸੀ, ਕਿਉਂਕਿ ਫੌਜ ਬਹੁਤ ਸੀ, ਬਾਬਾ ਬੰਦਾ ਸਿੰਘ ਬਹਾਦਰ ਨੇ ਉਸ ਸਮੇਂ ਉੱਚੀ ਠੇਰੀ ਤੇ ਚੜ੍ਹ ਕੇ 10ਵੇਂ ਪਾਤਸ਼ਾਹ ਦਾ ਦਿੱਤਾ ਹੋਇਆ ਇੱਕ ਤੀਰ ਤੰਦੀ ਤੇ ਚੜ੍ਹ ਕੇ ਖਿੱਚਿਆ। ਫਿਰ ਤੇ ਜਦੋਂ ਢਲੇ ਹੋਏ ਦੁਪਹਿਰੇ ਨਾਲ ਤੀਰ ਖਿੱਚ ਕੇ ਆਪ ਬਾਬਾ ਬੰਦਾ ਸਿੰਘ ਬਹਾਦਰ 500 ਸਿੰਘਾਂ ਦੀ ਫੌਜ ਦੇ ਸਮੇਤ ਉਸ ਰਣ ਤੱਤੇ ਵਿੱਚ ਜਦੋਂ ਉਤਰਿਆ, ਇਹੋ ਜਿਹਾ ਇੱਕ ਵਾਰੀ ਹੱਲਾ ਹੋਇਆ, ਓੜਕ ਦਾ ਜੰਗ ਹੋਇਆ ਕਿ ਵਜੀਦ ਖਾਨ ਪਕੜਿਆ ਗਿਆ। ਜਿੰਨੀ ਫੌਜ ਸੀ ਸਭ ਦੌੜ ਗਈ। ਵਜੀਦ ਖਾਨ ਨੂੰ ਬੰਨ ਕੇ ਜਿਹੜਾ ਸੀ ਸਰਹੰਦ ਲਿਆਂਦਾ ਤੇ ਜਿਹੜਾ ਸੁੱਚਾਨੰਦ ਸੀ ਉਸ ਨੂੰ ਪਕੜ ਕੇ ਮੌਤ ਦੇ ਘਾਟ ਉਤਾਰਿਆ। ਪੁੱਛਿਆ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ ਕੀ ਕਿਹਾ ਸੀ ਉਹ ਮੇਰੇ ਗੁਰੂ ਦੇ ਬੱਚਿਆਂ ਨੂੰ, ਤੇ ਸਤਿਗੁਰੂ ਜੀ ਨੂੰ ਜਦੋਂ ਇਹ ਬੋਲ ਪਤਾ ਲੱਗਾ ਸੀ ਤੇ ਮਹਾਰਾਜ ਨੇ ਜਫਰਨਾਮੇ ਵਿੱਚ ਕਬੂਲੇ ਆ ਬੋਲ। ਉਸਨੇ ਕਿਹਾ ਸੀ ਸੱਪ ਦੇ ਬੱਚੇ ਸੱਪ ਹੁੰਦੇ ਆ, ਇਹ ਸ਼ਬਦ ਕਹੇ ਸੀ ਨਾ, ਉਹਨੂੰ ਸੁੱਚਾਨੰਦ ਨੂੰ ਪੰਥ ਝੂਠਾਨੰਦ ਕਹਿ ਕੇ ਚੇਤੇ ਕਰਦਾ ਹੈ। ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਭਾਵੇਂ ਉਹਨੂੰ ਸਜ਼ਾ ਦਿੱਤੀ ਹੈ, ਪਰ ਆਪ ਵੀ ਜਿਹੜੇ ਅੱਤਵਾਦੀ ਕਹਿੰਦੇ ਆ, ਸਿੱਖਾਂ ਨੂੰ ਵੱਖਵਾਦੀ ਕਹਿੰਦੇ ਆ, ਭਾਵੇਂ ਕਿ ਹੁਣ ਸੰਸਾਰ ਵੇਖਦਾ ਪਿਆ ਹੈ, ਇਹ ਸਲੂਟ ਤਾਂ ਭਾਵੇਂ ਜਿੰਨੇ ਮਰਜ਼ੀ ਬਾਰਡਰਾਂ ਤੇ ਮਾਰਦੇ ਹੈ, ਇਹਨਾਂ ਕੋਲ ਆਕਸੀਜਨ ਵੀ ਨਹੀਂ, ਬੁਰੀ ਇਹਨਾਂ ਦੀ ਹਾਲਤ ਹੈ। ਬਾਬਾ ਬੰਦਾ ਸਿੰਘ ਜੀ ਬਹਾਦਰ ਸਾਧ ਸੰਗਤ ਜੀ ਜਦੋਂ ਸਰਹੰਦ ਦੇ ਅੰਦਰ ਪ੍ਰਵੇਸ਼ ਕੀਤੇ ਹੈ, ਇਸ ਜਿੱਥੇ ਝੂਠਾਨੰਦ ਨੂੰ ਪੁੱਛਿਆ ਕੀ ਕਿਹਾ ਸੀ ਤੂੰ, ਸਜ਼ਾ ਤਾਂ ਉਹਨੂੰ ਦਿੱਤੀ, ਪਰ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਫਰਨਾਮੇ ਦੇ ਵਿੱਚ ਬੋਲ ਕਹੇ ਹੈ ਕਿ ਆ ਔਰੰਗਜ਼ੇਬ ਤੂੰ ਮੇਰੇ 4 ਪੁੱਤਰ ਮਾਰ ਕੇ ਸੋਚਦਾ ਹੋਵੇਂਗਾ ਕਿ ਮੇਰਾ ਤੂੰ ਹੌਸਲਾ ਢਾ ਦਿੱਤਾ ਹੈ। ਚੇਤੇ ਰੱਖੀ ਮੇਰੇ 4 ਪੁੱਤਰ ਤਾਂ ਸ਼ਹੀਦ ਕਰ ਦਿੱਤੇ ਹੈ, ਪਰ ਮੇਰਾ ਖਾਲਸਾ ਪੁੱਤਰ ਕੁੰਡਲੀਆ ਸੱਪ ਅਜੇ ਜਿਉਂਦਾ ਹੈ। ਮਹਾਰਾਜ ਜੀ ਨੇ ਭੁਜੰਗੀ ਸ਼ਬਦ ਦਿੱਤਾ ਹੈ, ਭੁਜੰਗ ਦਾ ਅਰਥ ਹੀ ਸੱਪ ਹੁੰਦਾ ਹੈ। ਸਤਿਗੁਰਾਂ ਜੀ ਨੇ ਉਹ ਬੋਲ ਕਬੂਲ ਲਏ ਹੈ ਤੇ ਉਹਨਾਂ ਨੂੰ ਸਗੋਂ ਨਵੀਂ ਪਾਣ ਚਾੜ ਕੇ ਸਤਿਗੁਰੂ ਜੀ ਨੇ ਗਰੀਬ ਨਵਾਜ ਨੇ ਆਪਣੀ ਕਲਮ ਨਾਲ ਕੌਮ ਨੂੰ ਦੱਸਿਆ। ਜਦੋਂ ਵਜੀਦ ਖਾਨ ਸਾਹਮਣੇ ਆਇਆ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਇਹਦੀ ਇੱਕ ਲੱਤ ਕਿੱਲੇ ਨਾਲ ਬੰਨ ਕੇ ਦੂਸਰੀ ਰੱਸੇ ਨਾਲ ਪਾ ਕੇ ਘੋੜੇ ਦੇ ਪਿੱਛੇ ਖਿੱਚ ਕੇ ਇਹਨੂੰ ਦਫਾੜ ਕਰਕੇ ਮਾਰਿਆ। ਇਹਦੀ ਇਸਤਰੀ ਇਹਦੇ ਬੱਚੇ ਜਦੋਂ ਸਾਹਮਣੇ ਲਿਆਂਦੇ ਗਏ, ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ ਕਿ ਸਤਿਗੁਰਾਂ ਜੀ ਦਾ ਹੁਕਮ ਹੈ, ਇਸਤਰੀ ਤੇ ਆਪਾਂ ਕਿਸੇ ਪ੍ਰਕਾਰ ਦਾ ਕੋਈ ਵਾਅਦਾ ਕਰਨ ਦਾ ਹੁਕਮ ਨਹੀਂ। ਤੇ ਬੱਚੇ ਜਿਹੜੇ ਸੀ
इतिहासकारां ने एक दो ने छुट लड़की का नाम लिखिया है, पर साध संगत जी लड़के का भी जिक्र आउंदा है। कहा कि इन्हां नूं चंडालां दे हवाले कर दिओ, आप कोई सज़ा नहीं दित्ती। फिर जड़ियां मसीतां सन जदों उन्हां नूं उजाड़न वास्ते सिंह वधे ते कहा खालसा जी ये धार्मिक स्थान है, किसी भी मसीत का कोई नुकसान नहीं करना। ते भाई बाज सिंह जी नूं बाबा बंदा सिंह बहादुर ने उत्थे दा जथेदार थापिया, उत्थे दा हाकम थापिया। जे पहाड़ां वल नूं मूँह सीधा कीता ते पहाड़ी राजे नजराने भेंट कर करके मिले। फिर साध संगत जी सच्चे पातशाह जी महाराज की कृपा नाल विशाल राज कायम करके गुरु नानक साहब जी के नाम का सिक्का चलाया। 8 साल का यह समा जदों बाबा बंदा सिंह जी बहादुर का फिर हौली हौली, क्योंकि कई तत्थ इहो जिहे है जिहड़े धरती की छाती ते लिखे हुए है, उन्होंने कोई बदल नहीं सकता। ਸਿੰਘਾਂ नाल वखरेवा पैना, तत खालसा ते बंदई खालसा बनना। ਉਹਦੇ कारण सन क्योंकि कई शंका करते हैं इन्हां गल्लां दे उपर। महाराज जी ने तुरन लग्गियां 4 बचन दिते सी। कहा सी कि सीस ते कलगी नहीं लाउणी, खालसे तो उच्चे थां ते नहीं बहना, फतेह गुरु की बुलाउणी अते जत विच रहना। ये महाराज जी ने बचन कहे सी। हुण कई इस गल ते शंका करते हैं कि महाराज ने अपने सिख नूं गृहस्थी बनने का हुक्म दिता है ते बाबा बंदा सिंह नूं काहनूं रोकना सी। साध संगत जी हरेक ने जिन्हें समान जीवन जीवना ना, उन्होंने सतगुरु जी की ओही आग्या है, पर पंथ की विशेष करके जिन्हें अगवाही करनी सी। क्योंकि जदों ये नहीं कि साडे जथेदार गृहस्थी नहीं होए है, जदों महाराज आप गृहस्थी होए है, पर सतगुरां जी ने यह कारण लै करके कि साडा खालसा जिहड़ा ना, क्योंकि जिथे सतगुरु जी नूं वेखिया कोई साध संगत जी मर जीवड़ा ही पंथ की अगवाही कर सकता, कोई माया तो उपर उठिया ही पंथ की अगवाही कर सकता। महाराज जी ने इस करके कि किसी प्रकार कोई मोह ममता का जाल ना पवे, ये सतगुरां जी ने आग्या की। पर ये चारे ही बचन हो जदों पंथ तो उच्ची थां ते बहन लगे तो फिर बाबा दीप सिंह साहब ने रोकया, कहा कि सतगुरां जी का हुक्म नहीं है। कोल जिहड़े सिंह सन निकटवर्ती कलगी लाउण तो भी इतराज किया। फिर दर्शन फतेह जिहड़ी सीगी, मैं कोलों नहीं कहंदा, हुक्मनामे साहब आ जौनपुर की संगत नूं लिखिया होया दर्शन फतेह दा। फिर उत्थे झगड़ा होया ते भाई मनी सिंह साहब जी ने जिहड़ी सी एक परची दे उत्ते लिखिया सी वाहिगुरू जी का खालसा वाहिगुरू जी की फतेह, एक ते लिखिया गया सीगा दर्शन फतेह। कहा जिहड़ी सरोवर चों तर के बाहर आवेगी वो सत होवेगी, गुरु साहब की आग्या होवेगी। ते सरोवर तो तर के पत्थर दे समेत बाहर आ गई सी वाहिगुरू जी का खालसा वाहिगुरू जी की फतेह। धन गुरु गोबिंद सिंह सच्चे पातशाह हजूर ने एडी कौम साज करके ये नहीं कहा कि मैं पंथ साजिया, महाराज ने कहा सी खालसा अकाल पुरख की फौज, प्रगटे खालसा परमात्म की मौज। अज असी मकान बनाने ते बाहर अपने नां दी नंबर प्लेट ला दिन्ने आ, एडी कौम साज के भी कहा सी वाहिगुरू जी का खालसा वाहिगुरू जी की फतेह। सच्चे पातशाह जी महाराज जिहड़े असूल दिते सी वो कायम ना रहे। ये उस समय दे मौके दे राइटरां ने शब्द लिखे है, जदों गुरदास नंगल की गली विच घेरा पैंदा है, फिर साध संगत जी लम्मा घेरा, बड़े ज्यादा उत्थे ਸਿੰਘਾਂ ने कष्ट सहारे। अखीर फिर बाबा बंदा सिंह बहादुर ने गुरु साहब दे दसे हुए उपदेश के मुताबक कि हुण सीधा राह शहादत दा है, अपनी शहादत का राह चुन लिया। ਸਿੰਘਾਂ समेत गिरफ्तारी दिती। जदों गिरफ्तारी दिती है बाबा बंदा सिंह बहादुर नूं जलूस दे समेत जदों सरहंद दे विच दी लंघना सी ना, ते सरहंद दे मुसलमानां ने उस समय, क्योंकि सरहंद बहुत वारी खालसे ने उजाड़ी, जदों ਸਿੰਘਾਂ दा जथा लंघ रहा सी उस समय टुटे छित्रां दी मार कीती, बहुत ज़्यादा अपमान किया, थुकना किया। पर उस समय जकड़े हुए सिंह हत्थां विच हथकड़ियां पैरां विच बेड़ियां सी, शब्द पढ़ते तुरे आउंदे सी, किसी नूं कुछ नहीं सी कह रहे। पर जदों उन्होंने अगों छित्रां दी मार की, थुकना किया, ते ਸਿੰਘਾਂ ने कहा यह की कारण होया, कहंदे सरहंद आ गए। जदों जकड़ियां नूं पता लगा सरहंद आ गई, उस समय तबाही मचाती उन्होंने। बड़ा मुश्किल हो गया इकट्ठा करना ਸਿੰਘਾਂ नूं संभालना।
जिथों दी लंघ रहे सी बाजारां विच दी हथकड़ियां लगियां होईयां, दुकानां दे अंदर नुकसान कर दिता, जिहड़ा हत्थां विच आ गया घुट के ही मार दिता। किन्ने दिनां दे भुखे सी ते सरहंद दे विचों लंघदियां होया मसां संभाल के सरहंद नूं पार कीता। जदों दिल्ली आए, ਸਿੰਘਾਂ ਦੀਆਂ शहादतां होणीਆਂ, रोज़ दे साध संगत जी 100 ਸਿੰਘ नूं शहीद कीता जांदा सी ते एक तो एक वध के कहंदा सी कि मैं पहलों शहीद होना, मैं पहलों शहीद होना। जलाद पुछदा काली कादी है, कहंदा मैनूं मेरे वीर उडीकदे आ, दूसरे नूं बैठे बिमान दिसदे आ। इन्ना काला पैंदा सी उन्हां दा मन शहीद होण नूं। ते जिस वक्त बाबा बंदा सिंह जी बहादुर नूं शहीद करना सीगा, उस मौके दे काफी खां राइटर ने लिखिया कि बाबा बंदा सिंह बहादुर नूं जदों ਅੱਖਾਂ ਵਿੱਚ ਸਲਾਖਾਂ ਮਾਰਨ ਲੱਗੇ ਸੀਗੇ ਤੇ ਉਸ ਨੂੰ ਦਹਿਲਾਉਣ ਵਾਸਤੇ 4 ਸਾਲ ਦੇ ਪੁੱਤਰ ਅਜੈ ਸਿੰਘ ਦਾ ਕਲੇਜਾ ਕੱਢ ਕੇ ਬਾਬਾ ਬੰਦਾ ਸਿੰਘ ਦੇ ਮੂੰਹ ਵਿੱਚ ਪੁੰਨਿਆ ਗਿਆ। 4 ਸਾਲ ਦੇ ਪੁੱਤਰ ਦਾ ਕਲੇਜਾ ਕੱਢ ਕੇ ਜਦੋਂ ਫਰਖਸ਼ੀਰ ਨੇ ਮੂੰਹ ਵਿੱਚ ਪਵਾਇਆ ਨਾ, ਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਹੱਸ ਪਏ। ਕਿਹਾ ਫਰਖਸ਼ੀਰ, ਇਹ ਤੂੰ ਮੇਰੇ ਪੁੱਤਰ ਦਾ ਕਲੇਜਾ ਨਹੀਂ ਕੱਢ ਕੇ ਮੇਰੇ ਮੂੰਹ 'ਚ ਪਾਇਆ, ਇਹ ਖਾਲਸਾ ਰਾਜ ਦੇ ਸਥਾਪਤੀ ਦੀ ਖੁਸ਼ੀ ਵਿੱਚ ਮੇਰਾ ਮੂੰਹ ਮਿੱਠਾ ਕਰਾਇਆ। पुत्र दे खून दे छिटे मुंह ते मारे है ते बाबा बंदा सिंह जी बहादुर कहंदे आ खालसा राज दी खुशी विच तू मेरे ते केसर छिड़के आए। अपने पुत्र दी शहादत नूं अपनी अखां नाल तकिया। जदों बाबा बंदा सिंह जी बहादुर नूं शहीद करन लगे ना, काफी खान ने लिखिया जदों बाबा बंदा सिंह ने अखीरले बोल अपने मुख तो कहे, बहुत खिड़े मथे अपने मुख तो जलाद वाल वेख्या ते हसदियां होया कहंदे किसी की क्या मजाल थी कि मेरी तरफ आंख उठा के भी को देख सकता, सतगुरु की सेवा में मुझसे खता हुई है। ये वो राइटर दे लिखे हुए बोल ने जो बाबा बंदा सिंह बहादुर ने कहा किसी दी मजाल नहीं सी कि अख उड़ा के भी मेरे वल वेख जांदा, पर मेरे कोलों सतगुरु जी दी सेवा विच खता हुई है। महाराज साहब जी दे अगे बेनती जिवें कीती होए, महाराज हुण मेरे शरीर नूं परवान कर लो। सद संगत जी गर्म सलाखां अखां विच मारीਆਂ गईਆਂ, अडोल बैठे रहे। जमूरां दे नाल बाबा बंदा सिंह जी बहादुर दा मास नोचिया गया। जे करके आपां शहादत वल वेखदे आ ना ते बिना बख्शिश तो ये शहादत नहीं पाई जा सकती। सतगुरु जी दे चरनां विच सुरत टिका के कौम दे स्वै मान नूं ਉੱਚਾ ਰੱਖਣ ਲਈ बाबा बंदा सिंह जी बहादुर ने इहो जी शहादत पाई कि अज भी सिखां दे फखर नाल सीने चौड़े हो जांदे। इहो जी शहादत खालसा राज दीआं नीहां तां मजबूत होईयां। गुरु गोबिंद सिंह सच्चे पातशाह जी महाराज जदों चमकौर साहिब दा चढ़दे दिन दा सूरज दा युद्ध होना सी ना, जदों 10 लाख दे मुकाबले विच ਸਿੰਘਾਂ ने नितरना सी ते महाराज जी ने उदों आखिया सी खालसा जी अज ओ दिन मैं जदों सिखी सदा सदा लई हुण अमर हो जावे। जे चमकौर साहिब दी गढ़ी ना हुंदी, लाहौर दे शाही किले दे उत्ते खालसाई परचम ना लहराउंदा। खालसा राज दी उत्पत्ति चमकौर दी गढ़ी विचों निकली है। ये जड़ियां शहादतां ना ये कौम नूं दसदियां कि तुहाडा विरसा की है, तुसीं किस तरह जींदे रहे हो, तुहाडे पुरखे किहो जे सी, कि निक्कियां निक्कियां गल्लां वास्ते मर मर के अपनी जिंदगी नूं किहो जिहा पत्तर कर लिया। जिउणा शब्द दे प्यार विच, मरना धर्म लई। ओहदा जन्म जिहड़ा ना सतगुरु जी कहंदे सफला हो जांदा है। ये जन्म पदार्थ मिलिया अजाई नहीं गवाउणा चाहीदा। जदों शहीद हुंदे सी सिंह ते ओ गुरु तेग बहादुर साहब दी यही पंक्ति पढ़दे सी जो मैं मंगल रूप विच पढ़ी है। जदों सामने खलोते सिंह दा सिर लथदा सी ना जलाद दे टापे नाल, ते दूसरे सिंह खलोते हुए कोल बोलदे सी साधो यह तन मिथ्या जानो। महाराज दी बाणी नूं अंदर वसाउंदे आ, कहंदे तन मिथ्या है या भीतर जो राम बसत है, साचो ताहे पछानो। राम नूं अंदर जिहड़ा आत्मक स्वरूप है उन्होंने तलवार नहीं कट सकती, उन्होंने अग नहीं साड़ सकती। किड्डी वड्डी अवस्था महाराज ने बख्शिश की। ते साध संगत जी बाबा बंदा सिंह बहादुर नूं कहंदे हाथी पिछे पा के धूहिया भी गया, उन्हां दा जलूस कढ के विखाया गया। पर जिन शरीर तो ही उपर उठ गया कोई जुत्तियां दी मार करी जांदा सी भावें, पर अंतरात्मे जुड़े हुए गुरु दे चरनां विच
ਆਪਣੇ ਆਪੇ ਨੂੰ ਨਿਸ਼ਾਵਰ ਕਰਨ ਲਈ ਜਿਹੜੇ ਤਤਪਰ ਹੋ ਗਏ, ਉਹਨਾਂ ਨੂੰ ਇੱਜ਼ਤ ਬੇਇੱਜ਼ਤੀ ਨਾਲ ਕੋਈ ਮਤਲਬ ਨਹੀਂ ਹੁੰਦਾ। ਐਡੀ ਵੱਡੀ ਜਿਨ੍ਹਾਂ ਨੇ ਆਪਣੀ ਨਰਾਦਰੀ ਵੀ ਕਰਾਈ ਹੋਵੇ ਤਾਂ ਵੀ ਖੋਬ ਨਾ ਮੰਨਿਆ ਹੋਵੇ, ਉਹਨਾਂ ਦੇ ਪੁਰਸ਼ਾਰਥ ਕਰਕੇ ਹੀ ਆਡੇ ਸਾਡੇ ਸੀਸ ਤੇ ਦਸਤਾਰਾਂ ਸੋਭਦੀਆਂ ਨੇ। ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਇਹ ਜਦੋਂ ਸ਼ਹਾਦਤ ਹੁੰਦੀ ਹੈ, ਇੱਕ ਦੋ ਛੋਟ ਰਾਈਟਰਾਂ ਨੇ ਲਿਖਿਆ ਹੈ, ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਜੋਗਾ ਅਭਿਆਸੀ ਸੀਗਾ। ਤੇ ਸਾਧ ਸੰਗਤ ਜੀ, ਇੰਨਾ ਸਮਾਂ ਨਹੀਂ ਮੈਂ ਹੁਣ ਹੋਰ ਵਿਸਥਾਰ ਕਰਾਂ। ਜਿਹੜਾ ਯੋਗਾ ਅਭਿਆਸੀ ਹੁੰਦਾ ਆਪਣੇ ਸਰੀਰ ਨੂੰ ਅਲੋਪ ਕਰ ਸਕਦਾ ਹੈ। ਯੋਗਾ ਅਭਿਆਸੀ ਹੁੰਦਾ ਆਪਣੇ ਸਰੀਰ ਦੇ ਅੰਗ ਵੱਖ ਕਰ ਸਕਦਾ ਹੈ, ਵੱਖ ਕੀਤੇ ਅੰਗਾਂ ਨੂੰ ਜੋੜ ਸਕਦਾ ਹੈ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ, ਇਹ ਆ ਜਾਂਦੀਆਂ ਸੁਤੇ ਅਭਿਆਸ ਨਾਲ। ਪਰ ਗੁਰੂ ਨਾਨਕ ਸਾਹਿਬ ਦੀ ਸਿੱਖੀ ਦਾ ਮਾਰਗ ਹੈ ਨਿਰੰਕਾਰ ਦੀ ਪ੍ਰੀਤ, ਵਾਹਿਗੁਰੂ ਦੇ ਸਰੂਪ ਵਿੱਚ ਅਭੇਦ ਹੋਣਾ। ਬਾਬਾ ਬੰਦਾ ਸਿੰਘ ਬਹਾਦਰ ਦੀ ਬਾਬਤ ਕੁਝ ਰਾਈਟਰਾਂ ਨੇ ਲਿਖਿਆ ਕਿ ਉਹਨਾਂ ਨੇ ਟੁਕੜੇ ਕਰਕੇ ਸਿੱਟ ਦਿੱਤਾ। ਬਾਬਾ ਬੰਦਾ ਸਿੰਘ ਬਹਾਦਰ ਨੇ ਯੋਗ ਸ਼ਕਤੀ ਨਾਲ ਆਪਣੇ ਸਰੀਰ ਦੇ ਟੁਕੜੇ ਜੋੜ ਲਏ। ਫਿਰ ਬੜਾ ਲੰਮਾ ਸਮਾਂ ਜਾ ਕੇ ਜ਼ਿੰਦਗੀ ਜਿਹੜੀ ਸੀ ਉਹ ਭੋਗੀ। ਅਖੀਰ ਉੱਥੇ ਸਥਾਨ ਵੀ ਉਹਨਾਂ ਨੇ ਬਣਾਇਆ ਹੋਇਆ, ਅਖੇ ਜੀ ਇੱਥੇ ਸਰੀਰ ਛੱਡਿਆ, ਜੋ ਇਹ ਗਲਤ ਹੈ, ਕਿਉਂਕਿ ਸਰੀਰ ਕਦੇ ਰਹਿੰਦੇ ਨਹੀਂ। ਬਾਬਾ ਬੰਦਾ ਸਿੰਘ ਬਹਾਦਰ ਸਾਰੀਆਂ ਕਰਾਮਾਤਾਂ ਜਾਣਦੇ ਸੀ, ਪਰ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਰਾਹ ਦੱਸ ਦਿੱਤਾ ਸੀ ਕਿ ਸਭ ਤੋਂ ਵੱਡੀ ਕਰਾਮਾਤ ਕੀ ਹੁੰਦੀ। ਕੀ ਗੁਰੂ ਤੇਗ ਬਹਾਦਰ ਸਾਹਿਬ 'ਚ ਕਰਾਮਾਤ ਨਹੀਂ ਸੀ? ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਤਤੀ ਤਵੀ ਤੇ ਬੈਠੇ ਕੀ ਕਰਾਮਾਤ ਨਹੀਂ ਸੀ? ਮਾਧੋ ਦਾਸ ਨੂੰ ਪਤਾ ਲੱਗ ਗਿਆ ਸੀ ਕਿ ਸਭ ਤੋਂ ਵੱਡੀ ਕਰਾਮਾਤ ਇਹ ਹੈ ਕਿ ਸਰੀਰ ਨੂੰ ਧਰਮ ਦੇ ਲੇਖੇ ਲਾ ਦੇ। ਸਤ ਸੰਗਤ ਜੀ, ਸਿੱਧਾਂ ਨੇ ਗੁਰੂ ਨਾਨਕ ਸਾਹਿਬ ਨੂੰ ਕਿਹਾ ਸੀ, ਤੁਹਾਡਾ ਯੁੱਗਾਂ ਤੱਕ ਸਰੀਰ ਰੱਖ ਦਿੰਨੇ ਆ, ਸਾਰੇ ਅਸੀਂ ਤੁਹਾਡੇ ਚੇਲੇ ਬਣ ਜਾਂਦੇ, ਤੁਸੀਂ ਯੋਗ ਮਤ ਧਾਰਨ ਕਰ ਲਓ। ਤੇ ਮਹਾਰਾਜ ਕਹਿੰਦੇ ਜੇ ਭਲਾ 4 ਯੁੱਗ ਵੀ ਉਮਰ ਵੱਧ ਗਈ ਫਿਰ ਕੀ ਹੋਊਗਾ? ਸਰੀਰ ਨਹੀਂ ਫਿਰ ਖਤਮ ਹੋਣਾ? ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਫਿਰ ਨਹੀਂ ਸਰੀਰ ਮੁੱਕਣਾ। ਕਹਿੰਦੇ ਮਹਾਰਾਜ ਸਰੀਰ ਤਾਂ ਇੱਕ ਦਿਨ ਮੁੱਕੇਗਾ। ਫਿਰ ਸਤਿਗੁਰੂ ਜੀ ਕਹਿੰਦੇ ਭਾਈ ਜੇ ਸਰੀਰ ਇੱਕ ਦਿਨ ਮੁੱਕ ਹੀ ਜਾਣਾ ਤੇ ਸਰੀਰ ਨੂੰ ਰੱਖਣ ਦਾ ਲਾਭ ਕੀ ਹੈ? ਸਰੀਰ ਤਾਂ ਰਹਿਣਾ ਨਹੀਂ। ਫਿਰ ਜਿਹੜੀ ਚੀਜ਼ ਹੈ ਹੀ ਨਾਸ਼ਵੰਤ, ਉਹਨੂੰ ਕਿਉਂ ਨਾ ਸਫਲਾ ਕਰੀਏ? ਜਿੰਨਾ ਚਿਰ ਸਾਡੇ ਕੋਲ ਸਮਾਂ ਹੈ ਇਹਨੂੰ ਅਜਾਈ ਨਾ ਗਵਾਈਏ। ਸ਼ਹੀਦਾਂ ਦੇ ਸ਼ਹੀਦੀ ਦਿਹਾੜੇ ਮਨਾਉਣੇ ਸਾਨੂੰ ਇਹੀ ਸੇਧ ਦਿੰਦੇ ਆ ਕਿ ਆਪਣੇ ਜੀਵਨ ਨੂੰ ਧਨ ਬਣਾਓ, ਆਪਣੇ ਜੀਵਨ ਨੂੰ ਅਜਾਈ ਨਾ ਗਵਾਓ। ਸਵਾਸ ਬੜੇ ਅਮੋਲਕ ਨੇ, ਇਹਨਾਂ ਨੂੰ ਖਰਾਬ ਨਾ ਕਰੋ। ਸੰਸਾਰ ਦੇ ਸੁੱਖਾਂ ਵਿੱਚ ਸੱਚੇ ਪਾਤਸ਼ਾਹ ਦੀ ਯਾਦ ਵਿੱਚ ਜੁੜ ਕਰਕੇ ਸਵਾਸ ਸਫਲੇ ਕਰੀਏ। ਸਰੀਰ ਕਰਕੇ ਕੋਈ ਧਰਮ ਦੀ ਸੇਵਾ ਕਰੀਏ।